ਹਾਲੇਲੂਇਆ। ਪ੍ਰੇਜ਼ ਦ ਲਾਰਡ। ਖੁਦਾ ਦਾ ਸ਼ੁਕਰ, ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਚੰਗੇ ਸਮੇਂ ਦੇ ਲਈ ਜੋ ਖੁਦਾ ਨੇ ਸਾਡੀਆਂ ਜ਼ਿੰਦਗੀਆਂ 'ਚ ਦਿੱਤਾ ਹੈ ਕਿ ਅਸੀਂ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਉਸ ਦੀ ਮਹਿਮਾ ਕਰੀਏ, ਉਸ ਦੀ ਮਨਾਦੀ ਕਰੀਏ। ਪਰਮੇਸ਼ਰ ਮਹਿਮਾ ਦੇ ਯੋਗ ਹੈ। ਹਾਲੇਲੂਇਆ, ਹਾਲੇਲੂਇਆ। ਸਾਰਾ ਆਦਰ, ਸਾਰੀ ਮਹਿਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਨੂੰ ਮਿਲੇ। ਹਾਲੇਲੂਇਆ, ਹਾਲੇਲੂਇਆ। ਖੁਦਾ ਪਰਮੇਸ਼ਰ ਮਹਾਨ ਹੈ ਤੇ ਉਹਦੇ ਕੰਮ ਵੀ ਕੀ ਨੇ? ਮਹਾਨ ਨੇ। ਔਰ ਅਦਭੁਤ ਪਰਮੇਸ਼ਰ ਹੈ, ਜ਼ਲਾਲੀ ਖੁਦਾ ਹੈ, ਕਿਰਪਾ ਕਰਨ ਵਾਲਾ ਹੈ। ਉਸ ਦੀ ਕਿਰਪਾ ਹੋਈ ਹੈ ਕਿ ਖੁਦਾ ਨੇ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ। ਅਸੀਂ ਖੁਦਾ ਦੇ ਵਚਨ ਨੂੰ ਸਿੱਖਣਾ ਹੈ। ਥੋੜ੍ਹਾ ਸਮਾਂ ਬੜੇ ਧਿਆਨ ਦੇ ਨਾਲ, ਬੜੀ ਤਵੱਜੋ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਹੈ, ਕਿਉਂਕਿ ਖੁਦਾ ਦਾ ਵਚਨ ਜਦੋਂ ਅਸੀਂ ਸੁਣਦੇ ਹਾਂ ਇਹ ਸਾਡੇ ਜੀਵਨ ਦੇ ਵਿੱਚ ਕਾਰਜ ਕਰਦਾ ਹੈ। ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ, ਇਹ ਵਚਨ ਇੱਕ ਬੀਜ ਦੀ ਨਿਆਈ ਹੈ ਜੋ ਹਿਰਦੇ ਰੂਪੀ ਧਰਤੀ ਦੇ ਉੱਤੇ ਬੀਜਿਆ ਜਾਂਦਾ ਹੈ ਔਰ ਫਲ ਲੈ ਕੇ ਆਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਖੁਦਾ ਦੇ ਵਚਨ ਦੇ ਵਿੱਚੋਂ ਅਸੀਂ ਲੂਕਾ ਦੀ ਅੰਜੀਲ ਉਸ ਦਾ 5 ਅਧਿਆਏ ਉਸ ਦੀ 1 ਆਇਤ ਤੋਂ ਲੈ ਕੇ 11 ਆਇਤ ਤੱਕ ਦੇਖਾਂਗੇ। ਲੂਕਾ ਦੀ ਅੰਜੀਲ 5 ਅਧਿਆਏ 1 ਤੋਂ ਲੈ ਕੇ 11 ਤੱਕ। ਇਉਂ ਹੋਇਆ ਕਿ ਜਾਂ ਲੋਕ ਉਹਦੇ ਉੱਤੇ ਡਿੱਗਦੇ ਅਤੇ ਪਰਮੇਸ਼ਰ ਦਾ ਬਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ ਅਤੇ ਉਹਨੇ ਝੀਲ ਦੇ ਕੰਢੇ 2 ਬੇੜੀਆਂ ਲੱਗੀਆਂ ਹੋਈਆਂ ਵੇਖੀਆਂ, ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। ਉਸਨੇ ਉਹਨਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮੌਨ ਦੀ ਸੀ ਚੜ੍ਹ ਕੇ ਉਸ ਤੋਂ ਚਾਹਿਆ ਜੋ ਕੰਢਿਓਂ ਰੱਦੀ ਕੁ ਹਟਾ ਲੈ, ਤਾਂ ਉਹ ਬੈਠ ਕੇ ਬੇੜੀ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮੌਨ ਨੂੰ ਕਿਹਾ, ਭਈ ਡੂੰਘੇ ਪਾਣੀ ਵਿੱਚ ਲੈ ਚਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਸ਼ਮੌਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ, ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗੇ। ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਤਦ ਉਹਨਾਂ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ ਔਰ ਦੋਵੇਂ ਬੇੜੀਆਂ ਅਜਿਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ। ਸ਼ਮੌਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀ ਪਿਆ ਅਤੇ ਬੋਲਿਆ, ਪ੍ਰਭੂ ਜੀ, ਮੇਰੇ ਕੋਲੋਂ ਚਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਇੰਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ। ਅਤੇ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਯਹੂਨਾ ਵੀ, ਜੋ ਸ਼ਮੌਨ ਦੇ ਸਾਂਝੀ ਸਨ, ਹੈਰਾਨ ਹੋਏ। ਤਦ ਯਿਸੂ ਨੇ ਸ਼ਮੌਨ ਨੂੰ ਆਖਿਆ, ਨਾ ਡਰ, ਇਹਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ। ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਆਮੀਨ, ਆਮੀਨ। ਖੁਦਾ ਦੇ ਵਚਨ ਪੜ੍ਹੇ ਸੁਣੇ ਜਾਂਦੇ ਆਸ਼ੀਸ਼ ਹੋਵੇ, ਬਰਕਤ ਹੋਵੇ। ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪੜ੍ਹਿਆ ਕਿ ਕਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਝੀਲ ਦੇ ਕਿਨਾਰੇ ਤੇ ਸੀਗੇ ਔਰ ਬਹੁਤ ਵੱਡੀ ਭੀੜ ਜਿਹੜੀ ਸੀ ਯੀਸ਼ੂ ਮਸੀਹ ਦੇ ਪਿੱਛੇ ਸੀ। ਔਰ ਲਿਖਿਆ, ਪ੍ਰਭੂ ਯੀਸ਼ੂ ਮਸੀਹ ਨੇ 2 ਕਸ਼ਤੀਆਂ ਨੂੰ ਦੇਖਿਆ ਜਿਹੜੀਆਂ ਕੰਢੇ ਤੇ ਸੀ ਔਰ ਮਾਛੀ ਉਹਨਾਂ ਦੇ ਵਿੱਚੋਂ ਨਿਕਲ ਕੇ ਜਾਲਾਂ ਨੂੰ ਧੋ ਰਹੇ ਸੀ। ਔਰ ਪ੍ਰਭੂ ਯੀਸ਼ੂ ਮਸੀਹ ਇੱਕ ਕਿਸ਼ਤੀ ਦੇ ਉੱਤੇ ਬੈਠ ਗਏ ਔਰ ਉਹਨਾਂ ਨੂੰ ਕਿਹਾ, ਰੱਦੀ ਹਟਾ ਲਓ, ਪਿੱਛੇ ਲੈ ਜਾਓ। ਔਰ ਲਿਖਿਆ, ਉਸ ਉੱਤੇ ਬੈਠ ਕੇ ਪ੍ਰਭੂ ਯੀਸ਼ੂ ਮਸੀਹ ਨੇ ਵਚਨ ਕੀਤਾ। ਔਰ ਵਚਨ ਕਰਨ ਤੋਂ ਬਾਅਦ ਜੋ ਪ੍ਰਭੂ ਯੀਸ਼ੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਜਾਲ ਪਾਓ। ਔਰ ਪਤਰਸ ਕਹਿਣ ਲੱਗਾ, ਪ੍ਰਭੂ ਜੀ, ਸਾਰੀ ਰਾਤ ਮਿਹਨਤ ਕੀਤੀ ਹੈ ਪਰ ਕੁਝ ਵੀ ਹਾਸਲ ਨਹੀਂ ਹੋਇਆ, ਪਰ ਫਿਰ ਵੀ ਤੇਰੇ ਕਹਿਣ ਤੇ ਜਾਲ ਪਾਉਂਦੇ ਹਾਂ। ਔਰ ਲਿਖਿਆ, ਜਦੋਂ ਉਹਨਾਂ ਨੇ ਜਾਲ ਪਾਇਆ ਔਰ ਬਹੁਤ ਸਾਰੀਆਂ ਮੱਛਲੀਆਂ ਜਿਹੜੀਆਂ ਜਾਲ ਦੇ ਵਿੱਚ ਆ ਗਈਆਂ ਔਰ ਇੱਥੋਂ ਤੱਕ ਕਿ ਕਿਸ਼ਤੀ ਜਿਹੜੀ ਸੀ ਉਹ ਡੁੱਬਣ ਲੱਗੀ। ਫਿਰ ਲਿਖਿਆ, ਉਹਨਾਂ ਨੇ ਦੂਸਰੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰੀ ਹੈ ਔਰ ਉਹ ਵੀ ਆਏ ਨੇ ਔਰ ਦੋਨੇ ਕਿਸ਼ਤੀਆਂ ਜਿਹੜੀਆਂ ਸੀ ਮੱਛੀਆਂ ਦੇ ਨਾਲ ਭਰ ਗਈਆਂ। ਔਰ ਪ੍ਰਭੂ ਯੀਸ਼ੂ ਮਸੀਹ ਨੂੰ ਦੇਖ ਕੇ ਜਦੋਂ ਪਤਰਸ ਉਹਦੇ ਪੈਰੀਂ ਪੈ ਗਿਆ ਔਰ ਬੋਲਣ ਲੱਗਾ, ਪ੍ਰਭੂ ਜੀ, ਮੈਂ ਪਾਪੀ ਹਾਂ, ਮੇਰੇ ਕੋਲੋਂ ਦੂਰ ਚਲਿਆ ਜਾ। ਔਰ ਲਿਖਿਆ, ਪ੍ਰਭੂ ਯੀਸ਼ੂ ਮਸੀਹ ਨੇ ਪਤਰਸ ਨੂੰ ਕਿਹਾ, ਇਹਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਸਿੱਖਦੇ ਹਾਂ ਕਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਇਹਨਾਂ ਲੋਕਾਂ ਨੂੰ ਜੋ ਆਪਣੇ ਆਪ ਨੂੰ ਪਾਪੀ ਸਮਝਦੇ ਸੀ, ਜੋ ਗੁਨਾਹ ਦੇ ਵਿੱਚ ਸੀ, ਜੋ ਜਿਨ੍ਹਾਂ ਨੂੰ ਲੋਕ ਅੱਛਾ ਨਹੀਂ ਸਮਝਦੇ ਸੀ, ਜਿਨ੍ਹਾਂ ਨੂੰ ਲੋਕ ਚੰਗਾ ਨਹੀਂ ਸਮਝਦੇ ਸੀ, ਜੋ ਸਮਝਦੇ ਸੀ ਕਿ ਇਹ ਲੋਕ ਜੋ ਕੁਝ ਨਹੀਂ ਕਰ ਸਕਦੇ, ਸਿਰਫ ਮੱਛੀ ਫੜਨ ਦਾ ਕੰਮ ਕਰ ਸਕਦੇ ਆ। ਔਰ ਯੀਸ਼ੂ ਮਸੀਹ ਉਹਨਾਂ ਦੇ ਕੋਲ ਗਿਆ ਤਾਂ ਕਿ ਉਹਨਾਂ ਨੂੰ ਬਚਾਵੇ। ਹਾਲੇਲੂਇਆ। ਔਰ ਪ੍ਰਭੂ ਯੀਸ਼ੂ ਮਸੀਹ ਨੇ ਉਸੇ ਹੀ ਜਗ੍ਹਾ ਤੇ ਪਤਰਸ ਨੂੰ ਇਹ ਕਹਿ ਦਿੱਤਾ,
ਹੁਣ ਤੋਂ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਗਾ। ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਔਰ ਇਸ ਵਚਨ ਦੇ ਵਿੱਚੋਂ ਬਹੁਤ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਜਦੋਂ ਅਸੀਂ ਵਰਸ ਬਾਏ ਵਰਸ ਜਾਂਦੇ ਹਾਂ, ਇੱਕ ਇੱਕ ਆਇਤ ਨੂੰ ਪੜ੍ਹਦੇ ਹਾਂ ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ। ਦੂਸਰੀ ਆਇਤ ਜਦੋਂ ਅਸੀਂ ਪੜ੍ਹਦੇ ਹਾਂ ਤੇ ਇੱਥੇ ਲਿਖਿਆ ਹੈ ਕਿ ਜਦੋਂ ਇਹ ਥੱਕ ਹਾਰ ਕੇ ਜਾਲ ਧੋ ਰਹੇ ਸੀ, ਉਸ ਸਮੇਂ ਪ੍ਰਭੂ ਨੇ ਆ ਕੇ ਇਹਨਾਂ ਦੀ ਕੀ ਕੀਤੀ ਹੈ? ਮਦਦ ਕੀਤੀ। ਹਾਲੇਲੂਇਆ। ਹਾਲੇਲੂਇਆ। ਕਈ ਵਾਰੀ ਅਸੀਂ ਵੀ ਜਦੋਂ ਆਪਣੀ ਜ਼ਿੰਦਗੀ ਚੋਂ ਥੱਕ ਹਾਰ ਜਾਂਦੇ ਆ ਨਾ, ਜਦੋਂ ਅਸੀਂ ਹੰਭ ਜਾਂਦੇ, ਜਦੋਂ ਅਸੀਂ ਕਹਿ ਦਿੰਦੇ ਵੀ ਹੁਣ ਨਹੀਂ ਕੁਝ ਹੋ ਸਕਦਾ, ਫਿਰ ਪਰਮੇਸ਼ਵਰ ਆ ਕੇ ਸਾਡੀ ਮਦਦ ਕਰਦਾ ਹੈ। ਹਾਲੇਲੂਇਆ। ਹਾਲੇਲੂਇਆ। ਉਹ ਪਰਮੇਸ਼ਵਰ ਆ ਕੇ ਸਾਡੀ ਮਦਦ ਕਰਦਾ ਹੈ। 3 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ, 3 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਪ੍ਰਭੂ ਯੀਸ਼ੂ ਮਸੀਹ ਨੇ ਇਹਨਾਂ ਦੀ ਕਿਸ਼ਤੀ ਨੂੰ ਲਿਆ ਹੈ, ਔਰ ਇਹਨਾਂ ਦੀ ਕਿਸ਼ਤੀ ਲੈ ਕੇ ਪ੍ਰਭੂ ਯੀਸ਼ੂ ਮਸੀਹ ਨੇ ਵਚਨ ਕੀਤਾ ਹੈ। ਹੁਣ ਇੱਥੇ ਦੇਖਦੇ ਹਾਂ ਕਿੰਨਾ ਚਿਰ ਪਤਰਸ ਨੂੰ ਵੇਟ ਕਰਨਾ ਪਿਆ ਹੋਵੇਗਾ, ਕਿੰਨਾ ਚਿਰ ਪਤਰਸ ਨੂੰ ਇੰਤਜ਼ਾਰ ਕਰਨਾ ਪਿਆ ਹੋਵੇਗਾ, ਕਿਉਂਕਿ ਪਤਰਸ ਸਾਰੀ ਰਾਤ ਮਿਹਨਤ ਕਰ ਰਿਹਾ, ਜਾਲ ਪਾ ਰਿਹਾ, ਕੁਝ ਹਾਸਲ ਨਹੀਂ ਹੋਇਆ, ਪਰੇਸ਼ਾਨ ਵੀ ਹੈ। ਉਧਰੋਂ ਪ੍ਰਭੂ ਯੀਸ਼ੂ ਮਸੀਹ ਆ ਕੇ ਕਿਸ਼ਤੀ ਤੇ ਬੈਠ ਕੇ ਵਚਨ ਕਰਨ ਲੱਗ ਪਏ। ਹਾਲੇਲੂਇਆ। ਹੁਣ ਸਮਾਂ ਦੇ ਰਹੇ ਸੀਗੇ ਚੇਲੇ ਜਾਂ ਪਤਰਸ ਕਿਸ਼ਤੀ ਦੇ ਵਿੱਚੋਂ ਯੀਸ਼ੂ ਮਸੀਹ ਨੂੰ ਬਿਠਾ ਕੇ ਕਿੰਨਾ ਸਮਾਂ ਇੰਤਜ਼ਾਰ ਕੀਤਾ ਹੋਵੇਗਾ। ਕੁਝ ਹਾਸਲ ਕਰਨ ਦੇ ਲਈ ਸਾਨੂੰ ਖੁਦਾ ਦੇ ਲਈ ਕੁਝ ਕਰਨਾ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਔਰ ਇਹਨਾਂ ਨੇ ਆਪਣਾ ਸਮਾਂ ਖੁਦਾ ਨੂੰ ਦਿੱਤਾ, ਔਰ ਇਹਨਾਂ ਨੇ ਆਪਣੀ ਕਸ਼ਤੀ ਖੁਦਾ ਨੂੰ ਦਿੱਤੀ, ਔਰ ਖੁਦਾ ਦੇ ਵਚਨ ਨੂੰ ਸੁਣਿਆ। ਔਰ ਇਸ ਆਇਤ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹੈ। ਜਦੋਂ ਇਹਨਾਂ ਨੇ ਆਪਣੀ ਕਿਸ਼ਤੀ ਖੁਦਾ ਨੂੰ ਦਿੱਤੀ, ਆਪਣਾ ਸਮਾਂ ਖੁਦਾ ਨੂੰ ਦਿੱਤਾ, ਆ ਵਚਨ ਖੁਦਾ ਦਾ ਸੁਣਿਆ, ਪਰਮੇਸ਼ਵਰ ਨੇ ਨਹੀਂ ਚਾਹਿਆ ਕਿ ਇਹ ਖਾਲੀ ਵਾਪਸ ਜਾਣ। ਹਾਲੇਲੂਇਆ। ਹਾਲੇਲੂਇਆ। ਜਦੋਂ ਅਸੀਂ ਖੁਦਾ ਦੇ ਲਈ ਕੁਝ ਕਰਦੇ ਹਾਂ, ਪਰਮੇਸ਼ਵਰ ਦੇ ਲਈ ਕੁਝ ਕਰਦੇ ਹਾਂ, ਆਪਣਾ ਸਮਾਂ, ਆਪਣਾ ਟਾਈਮ ਖੁਦਾ ਨੂੰ ਦਿੰਦੇ ਹਾਂ, ਜਾਂ ਖੁਦਾ ਦੇ ਨਾਲ ਅਸੀਂ ਸੰਗਤੀ ਕਰਦੇ ਹਾਂ, ਜਦੋਂ ਵਚਨ ਨੂੰ ਸੁਣਦੇ ਹਾਂ, ਤੇ ਖੁਦਾ ਕਦੀ ਵੀ ਸਾਨੂੰ ਖਾਲੀ ਰਹਿਣ ਨਹੀਂ ਦਿੰਦਾ। ਹਾਲੇਲੂਇਆ। ਅਦਭੁਤ ਖੁਦਾ ਹੈ। ਪਰਮੇਸ਼ਵਰ ਦੀ ਬਾਣੀ 'ਚ ਲਿਖਿਆ ਖੁਦਾ ਕਿਸੇ ਦਾ ਕਰਜ਼ਦਾਰ ਨਹੀਂ ਹੈ। ਪਰਮੇਸ਼ਵਰ ਨੇ ਇਹਨਾਂ ਦੀ ਕਿਸ਼ਤੀ ਨੂੰ ਲਿਆ ਔਰ ਇਹਨਾਂ ਨੇ ਖੁਦਾ ਨੂੰ ਸਮਾਂ ਦਿੱਤਾ, ਔਰ ਲਿਖਿਆ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤੁਸੀਂ ਜਾਲ ਪਾਓ। ਪਤਰਸ ਕਹਿਣ ਲੱਗਾ ਸਾਰੀ ਰਾਤ ਮਿਹਨਤ ਕੀਤੀ ਹੈ, ਪਰ ਪ੍ਰਭੂ ਤੇਰੇ ਕਹਿਣ ਤੇ ਫਿਰ ਜਾਲ। ਹਾਲੇਲੂਇਆ। ਹਾਲੇਲੂਇਆ। ਹੁਕਮ ਮੰਨ ਲਿਆ, ਹੁਕਮ ਮੰਨ ਲਿਆ, ਪਰਮੇਸ਼ਵਰ ਦਾ ਹੁਕਮ। ਜਦੋਂ ਅਸੀਂ ਹੁਕਮ ਮੰਨਦੇ ਹਾਂ ਤੇ ਫਿਰ ਸਾਡੀ ਜ਼ਿੰਦਗੀ 'ਚ ਕਾਰਿਆ ਹੁੰਦਾ ਹੈ, ਫਿਰ ਸਾਡੀ ਜ਼ਿੰਦਗੀ 'ਚ ਕੁਝ ਅਦਭੁਤ ਹੁੰਦਾ ਹੈ। ਅੱਜ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ 'ਚ ਕੁਝ ਹੋਵੇ, ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ 'ਚ ਬਦਲਾਵ ਹੋਵੇ, ਅਸੀਂ ਚਾਹੁੰਦੇ ਹਾਂ ਕੁਝ ਅਦਭੁਤ ਕਾਰਿਆ ਹੋਵੇ, ਅਸੀਂ ਚਾਹੁੰਦੇ ਹਾਂ ਕੁਝ ਵੱਖਰਾ ਹੋਵੇ। ਖੁਦਾ ਕਰਦਾ ਹੈ, ਪਰ ਉਹਦੇ ਵਾਸਤੇ, ਉਹਦੇ ਲਈ ਸਾਨੂੰ ਖੁਦਾ ਦੇ ਹੁਕਮ ਨੂੰ ਮੰਨਣਾ। ਹਾਲੇਲੂਇਆ। 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 ਪਤਰਸ ਨੇ ਕਹਿ ਦਿੱਤਾ, ਕਹਿੰਦਾ ਪ੍ਰਭੂ ਸਾਰੀ ਰਾਤ ਮਿਹਨਤ ਕੀਤੀ ਹੈ, ਕੁਝ ਹਾਸਲ ਨਹੀਂ ਹੋਇਆ, ਪਰ ਫਿਰ ਵੀ ਤੇਰੇ ਕਹਿਣ ਤੇ ਜਾਲ ਹੁਕਮ ਮੰਨ ਲਿਆ। ਔਰ ਜਦੋਂ ਹੁਕਮ ਮੰਨਦੇ ਆ ਤੇ ਸੱਚਮੁੱਚ ਅਦਭੁਤ ਕਾਰਜ ਸਾਡੀ ਜ਼ਿੰਦਗੀ 'ਚ ਖੁਦਾ ਕਰਦਾ ਹੈ, ਕਿਉਂਕਿ ਖੁਦਾ ਦੀ ਬਾਣੀ ਦੇ ਵਿੱਚ ਲਿਖਿਆ ਹੁਕਮ ਮੰਨਣਾ ਕੁਰਬਾਨੀ ਚੜਾਉਣ ਨਾਲੋਂ ਬਿਹਤਰ ਹੈ। ਔਰ ਜਦੋਂ ਅਸੀਂ ਹੁਕਮ ਮੰਨਦੇ ਆ ਤੇ ਫਿਰ ਕੁਝ ਹੁੰਦਾ। ਇਹਨਾਂ ਨੇ ਹੁਕਮ ਮੰਨਿਆ ਤੇ ਲਿਖਿਆ ਜਿਹੜਾ ਜਾਲ ਸੀਗਾ ਉਹ ਮੱਛੀਆਂ ਦੇ ਨਾਲ ਭਰ ਗਿਆ, ਔਰ ਬਹੁਤ ਸਾਰੀਆਂ ਮੱਛੀਆਂ ਇਹਨਾਂ ਨੇ ਫੜ ਲਈਆਂ, ਇੱਥੋਂ ਤੱਕ ਕਿ ਕਿਸ਼ਤੀ ਵੀ ਡੁੱਬਣ ਲੱਗੀ। ਇਹਨਾਂ ਨੇ ਦੂਸਰੀ ਕਿਸ਼ਤੀ ਵਾਲੇ ਨੂੰ ਆਵਾਜ਼ ਮਾਰੀ ਔਰ ਉਹ ਵੀ ਆ ਗਏ। ਔਰ ਜਦੋਂ ਉਹ ਦੋਨੇ ਕਿਸ਼ਤੀਆਂ ਭਰ ਗਈਆਂ ਤੇ ਲਿਖਿਆ ਹੈ ਕਿ ਇਹਨਾਂ ਨੇ ਜਦੋਂ ਕੰਢੇ ਤੇ ਲਿਆਂਦੀਆਂ ਔਰ ਪਤਰਸ ਨੂੰ ਪਤਾ ਲੱਗ ਗਿਆ ਔਰ ਵੀ ਇਹ ਪਰਮੇਸ਼ਵਰ ਹੈ, ਲਿਖਿਆ ਪਤਰਸ ਯੀਸ਼ੂ ਮਸੀਹ ਦੇ ਚਰਨੀ ਗਿਰ ਗਿਆ ਤੇ ਕਹਿਣ ਲੱਗਾ ਪ੍ਰਭੂ ਜੀ ਮੈਂ ਕੀ ਹਾਂ? ਪਾਪੀ। ਹਾਲੇਲੂਇਆ। ਹਾਲੇਲੂਇਆ। ਪਤਰਸ ਨੇ ਇਸ ਜਗ੍ਹਾ ਤੇ ਕਬੂਲ ਕਰ ਲਿਆ, ਪਰ ਅਸੀਂ ਕਬੂਲ ਨਹੀਂ ਕਰਦੇ। ਸਾਡੀ ਜ਼ਿੰਦਗੀ ਦੇ ਵਿੱਚ ਗੁਨਾਹ ਹੈ, ਪਾਪ ਹੈ, ਕਮੀਆਂ ਹਨ, ਪਰ ਅਸੀਂ ਉਹਨਾਂ ਕਮੀਆਂ ਨੂੰ ਕਬੂਲ ਨਹੀਂ ਕਰਦੇ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਇਹਨੂੰ ਕਿਹਾ ਤੇ ਨਹੀਂ ਸੀ ਤੂੰ ਪਾਪੀ ਹੈ, ਪਰ ਇਹਨੇ ਰੀਅਲਾਈਜ਼ ਕੀਤਾ ਹੈ, ਇਹਨੇ ਮਹਿਸੂਸ ਕੀਤਾ ਹੈ। ਜਿਹੜਾ ਸਲੀਬ ਦੇ ਉੱਤੇ ਚੜਿਆ ਹੋਇਆ ਸੀ ਯੀਸ਼ੂ ਮਸੀਹ ਦੇ ਨਾਲ, ਪ੍ਰਭੂ ਯੀਸ਼ੂ ਮਸੀਹ ਨੂੰ ਕਿਹਾ ਤੇ ਨਹੀਂ ਤੂੰ ਪਾਪੀ ਹੈ, ਪਰ ਉਸਨੇ ਮਹਿਸੂਸ ਕੀਤਾ, ਕਹਿੰਦਾ ਅਸੀਂ ਪਾਪੀ ਹਾਂ। ਔਰ ਯੀਸ਼ੂ ਮਸੀਹ ਨੇ ਕਿਹਾ ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਦੇ ਵਿੱਚ ਹੋਵੇਗਾ। ਹਾਲੇਲੂਇਆ। ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਦੇ ਵਿੱਚ ਹੋਏਗਾ। ਔਰ ਇੱਥੇ ਪਤਰਸ ਨੇ ਰੀਅਲਾਈਜ਼ ਕਰ ਲਿਆ, ਮਹਿਸੂਸ ਕਰ ਲਿਆ, ਯੀਸ਼ੂ ਮਸੀਹ ਦੇ ਚਰਨੀ ਪੈ ਗਿਆ ਔਰ ਯੀਸ਼ੂ ਮਸੀਹ ਨੇ ਕਿਹਾ ਕਿ ਤੂੰ ਅੱਜ ਤੋਂ ਬਾਅਦ ਮਨੁੱਖਾਂ ਦਾ ਕੀ ਹੋਏਗਾ? ਸ਼ਿਕਾਰੀ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਜਦੋਂ ਅਸੀਂ ਇਹ ਮਹਿਸੂਸ ਕਰ ਲੈਂਦੇ ਹਾਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਇਨਸਾਨ ਹਾਂ,
ਔਰ ਸਾਡੀ ਜ਼ਿੰਦਗੀ 'ਚ ਪਾਪ ਨੇ, ਸਾਡੀ ਜ਼ਿੰਦਗੀ 'ਚ ਗੁਨਾਹ ਨੇ, ਸਾਡੀ ਜ਼ਿੰਦਗੀ 'ਚ ਕਮੀਆਂ ਨੇ, ਉਸ ਸਮੇਂ ਖੁਦਾ ਸਾਨੂੰ ਚੁੱਕਣਾ ਸ਼ੁਰੂ ਕਰ ਦਿੰਦਾ ਹੈ। ਉਸ ਸਮੇਂ ਖੁਦਾ ਸਾਡੇ ਤੇ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਹੈ। ਉਸ ਸਮੇਂ ਪਰਮੇਸ਼ਵਰ ਸਾਡੇ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਹੈ। ਪਰ ਬਹੁਤ ਵੱਡੀ ਕਮਜ਼ੋਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮੀਆਂ ਨੂੰ ਨਹੀਂ ਦੇਖਦੇ। ਅਸੀਂ ਆਪਣੀ ਜ਼ਿੰਦਗੀ 'ਚ ਕਮਜ਼ੋਰੀਆਂ ਨੂੰ ਨਹੀਂ ਦੇਖਦੇ। ਪਤਰਸ ਉਹਨਾਂ ਮੱਛੀਆਂ ਨੂੰ ਛੱਡ ਕੇ ਯਿਸੂ ਦੇ ਚਰਨਾਂ 'ਚ ਪੈ ਗਿਆ। ਕਹਿੰਦਾ ਮੈਂ ਪਾਪੀ ਹਾਂ। ਖੁਦਾ ਨੇ ਕਿਹਾ, ਯਿਸੂ ਮਸੀਹ ਨੇ ਕਿਹਾ, ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ। ਹਾਲੇਲੂਇਆ, ਹਾਲੇਲੂਇਆ। ਉਹ ਸ਼ਬਦ ਜਿਹੜੇ ਯਿਸੂ ਮਸੀਹ ਨੂੰ ਉਹਨੇ ਕਹੇ, ਉਹ ਗੱਲਾਂ ਜਿਹੜੀਆਂ ਯਿਸੂ ਮਸੀਹ ਨੂੰ ਉਹਨੇ ਕਹੀਆਂ, ਕੱਲੀਆਂ ਮੂੰਹ ਤੋਂ ਨਹੀਂ ਸੀ, ਉਹ ਦਿਲ ਤੋਂ ਸੀ। ਖੁਦਾ ਦੀ ਬਾਣੀ 'ਚ ਕੀ ਲਿਖਿਆ? ਸਾਰੇ ਪ੍ਰਭੂ ਪ੍ਰਭੂ ਕਹਿਣ ਵਾਲੇ ਸਵਰਗ ਦੇ ਰਾਜ ਦੇ ਵਿੱਚ ਨਹੀਂ ਜਾਣਗੇ। ਖੁਦਾ ਦੀ ਬਾਣੀ 'ਚ ਲਿਖਿਆ, ਤੁਸੀਂ ਮੂੰਹ ਤੋਂ ਮੈਨੂੰ ਰੱਬ ਰੱਬ ਆਖਦੇ ਹੋ, ਪਰ ਤੁਹਾਡੇ ਦਿਲ ਮੈਥੋਂ ਕੀ ਨੇ? ਦੂਰ ਹੋ। ਪਰ ਜਦੋਂ ਅਸੀਂ ਦਿਲ ਤੋਂ ਖੁਦਾ ਨੂੰ ਪੁਕਾਰਦੇ ਹਾਂ, ਮਨ ਤੋਂ ਖੁਦਾ ਨੂੰ ਪੁਕਾਰਦੇ ਹਾਂ, ਪਰਮੇਸ਼ਵਰ ਦੀ ਬਾਣੀ 'ਚ ਲਿਖਿਆ, ਖੁਦਾ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਿਲਾਂ ਤੇ ਗੁਰਦਿਆਂ ਨੂੰ ਜਾਂਚਦਾ ਹੈ। ਔਰ ਜਦੋਂ ਅਸੀਂ ਪਰਮੇਸ਼ਵਰ ਨੂੰ ਮਨ ਤੋਂ ਪੁਕਾਰਦੇ ਹਾਂ ਤੇ ਫਿਰ ਉਹ ਖੁਦਾ ਸਾਡੇ ਨਜ਼ਦੀਕ ਹੈ। ਫਿਰ ਉਹ ਖੁਦਾ ਸਾਡੀ ਗੱਲ ਨੂੰ ਸੁਣਦਾ ਹੈ। ਫਿਰ ਉਹ ਸਾਨੂੰ ਚੁੱਕਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਸਾਨੂੰ ਸਹਾਰਾ ਦੇਣਾ ਸ਼ੁਰੂ ਕਰ ਦਿੰਦਾ ਹੈ। ਔਰ ਇਸਨੇ ਰਿਅਲਾਈਜ਼ ਕੀਤਾ, ਇਸਨੇ ਮਹਿਸੂਸ ਕੀਤਾ ਕਿ ਮੈਂ ਪਾਪੀ ਹਾਂ। ਪਰ ਅਸੀਂ ਰਿਅਲਾਈਜ਼ ਨਹੀਂ ਕਰਦੇ, ਅਸੀਂ ਮਹਿਸੂਸ ਨਹੀਂ ਕਰਦੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੀ ਕਮੀਆਂ ਨੇ। ਰੱਬ ਦੇ ਪਿਆਰਿਓ, ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਿਆਨ ਕਰਨ ਦੀ ਜ਼ਰੂਰਤ ਹੈ। ਸਾਨੂੰ ਆਪਣੀ ਲਾਈਫ ਦੇ ਵਿੱਚ ਧਿਆਨ ਕਰਨ ਦੀ ਜ਼ਰੂਰਤ ਹੈ। 11 ਆਇਤ ਨੂੰ ਪੜਾਂਗੇ, ਬਹੁਤ ਅੱਛੀ ਗੱਲ ਇਸ ਜਗ੍ਹਾ ਤੇ ਸਾਨੂੰ ਸਿੱਖਣ ਨੂੰ ਮਿਲਦੀ ਹੈ। 11 ਆਇਤ ਨੂੰ, ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਹਾਲੇਲੂਇਆ, ਹਾਲੇਲੂਇਆ। ਦੁਬਾਰਾ ਪੜੋ। ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭੋ ਕੁਝ ਛੱਡ ਕੇ, ਸਾਰਾ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਹਾਲੇਲੂਇਆ, ਹਾਲੇਲੂਇਆ। ਹੁਣ ਉਹ ਸਾਰੀ ਰਾਤ ਮਿਹਨਤ ਕਾਹਦੇ ਲਈ ਕਰ ਰਹੇ ਸੀ? ਮੱਛੀਆਂ ਦੇ ਲਈ। ਸਾਰੀ ਰਾਤ ਮਿਹਨਤ ਕੀਤੀ। ਉਹਨਾਂ ਦਾ ਮਕਸਦ ਉਸ ਝੀਲ ਦੇ ਉੱਤੇ ਆਣਾ, ਮੱਛੀਆਂ ਫੜਨਾ ਸੀ। ਉਹਨਾਂ ਦਾ ਮਕਸਦ ਕਿਸ਼ਤੀਆਂ ਲੈ ਕੇ ਉਹਨਾਂ ਮੱਛੀਆਂ ਫੜਨਾ ਸੀ। ਔਰ ਬੜੇ ਖੁਸ਼ ਹੋਏ ਹੋਣਗੇ ਜਦੋਂ ਮੱਛੀਆਂ ਆਈਆਂ, ਬੜੇ ਖੁਸ਼ ਹੋਏ ਹੋਣਗੇ ਜਦੋਂ ਜਾਲ ਭਰ ਗਿਆ। ਔਰ ਉਹੀ ਉਹਨਾਂ ਦਾ ਮਕਸਦ ਸੀਗਾ, ਉਹੀ ਉਹਨਾਂ ਦਾ ਨਿਸ਼ਾਨਾ ਸੀਗਾ। ਔਰ ਬੜਾ ਵੱਡਾ ਚਮਤਕਾਰ ਉਸ ਜਗ੍ਹਾ ਤੇ ਵੇਖਿਆ। ਔਰ ਐਡਾ ਚਮਤਕਾਰ ਹੋਇਆ ਜਿਸ ਚਮਤਕਾਰ ਨੇ ਪਤਰਸ ਨੂੰ ਰਿਅਲਾਈਜ਼ ਕਰਾ ਦਿੱਤਾ ਕਿ ਪਤਰਸ ਕੀ ਹੈ? ਪਾਪੀ ਹੈ। ਹਾਲੇਲੂਇਆ, ਹਾਲੇਲੂਇਆ। ਅੱਜ ਦੇ ਚਮਤਕਾਰ ਬਦਲ ਚੁੱਕੇ ਨੇ। ਅੱਜ ਜਦੋਂ ਚਮਤਕਾਰ ਹੁੰਦਾ ਹੈ, ਇਨਸਾਨ ਸੋਚਦਾ ਹੀ ਨਹੀਂ ਕਿ ਮੈਂ ਪਾਪੀ ਹਾਂ। ਅੱਜ ਜਦੋਂ ਚਮਤਕਾਰ ਹੁੰਦਾ ਹੈ, ਇਨਸਾਨ ਸੋਚਦਾ ਮੈਂ ਵਿਸ਼ਵਾਸ ਬਹੁਤ ਕੀਤਾ ਸੀ। ਅੱਜ ਜਦੋਂ ਚਮਤਕਾਰ ਹੁੰਦਾ, ਇਨਸਾਨ ਸੋਚਦਾ ਮੈਂ ਬਹੁਤ ਵਧੀਆ ਸੀ ਤਾਂ ਚਮਤਕਾਰ ਹੋਇਆ। ਇੱਥੇ ਚਮਤਕਾਰ ਹੋ ਰਿਹਾ ਔਰ ਪਤਰਸ ਕੀ ਕਹਿ ਰਿਹਾ? ਮੈਂ ਕੀ ਹਾਂ? ਪਾਪੀ। ਹਾਲੇਲੂਇਆ, ਹਾਲੇਲੂਇਆ। ਚਮਤਕਾਰ ਨਹੀਂ ਹੈ ਜਦ ਤੱਕ ਇੱਕ ਪਾਪੀ ਤੋਬਾ ਨਾ ਕਰੇ। ਹਾਲੇਲੂਇਆ। ਉਹ ਚਮਤਕਾਰ ਨਹੀਂ ਹੈ ਜਿਸ ਦੇ ਵਿੱਚ ਜ਼ਿੰਦਗੀ ਨਾ ਬਚਾਈ ਜਾਏ। ਉਹ ਚਮਤਕਾਰ ਨਹੀਂ ਹੈ ਜਿਸ ਦੇ ਵਿੱਚ ਇਹ ਮਹਿਸੂਸ ਨਾ ਕੀਤਾ ਜਾਏ ਕਿ ਇਨਸਾਨ ਗੁਨੇਗਾਰ ਹੈ। ਇੱਥੇ ਚਮਤਕਾਰ ਹੋਇਆ ਔਰ ਚਮਤਕਾਰ ਦੇ ਦੁਆਰਾ ਇਨਸਾਨ ਦੀ ਜ਼ਿੰਦਗੀ ਬਦਲ ਰਹੀ ਹੈ। ਅੱਜ ਚਮਤਕਾਰ ਹੋ ਰਹੇ ਨੇ ਤੇ ਪਤਾ ਕੀ ਹੋ ਰਿਹਾ? ਇਨਸਾਨ ਨੂੰ ਮਹਿਮਾ ਮਿਲ ਰਹੀ ਹੈ, ਜਦ ਕਿ ਮਹਿਮਾ ਦੇ ਯੋਗ ਕੌਣ ਹੈ? ਪਰਮੇਸ਼ਵਰ। ਹਾਲੇਲੂਇਆ, ਹਾਲੇਲੂਇਆ। ਪਰ ਮਹਿਮਾ ਦੇ ਯੋਗ ਖੁਦਾ ਹੈ। ਪਰ ਇਸ ਧਰਤੀ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਚਮਤਕਾਰ ਹੋ ਰਹੇ ਨੇ, ਪਰ ਮਹਿਮਾ ਇਨਸਾਨ ਨੂੰ ਮਿਲ ਰਹੀ ਹੈ। ਇੱਥੇ ਚਮਤਕਾਰ ਹੋਇਆ, ਮਹਿਮਾ ਪਰਮੇਸ਼ਰ ਨੂੰ ਮਿਲੀ ਔਰ ਇਨਸਾਨ ਦੀ ਜ਼ਿੰਦਗੀ ਬਦਲੀ ਹੈ। ਪ੍ਰੇਜ਼ ਗॉड। ਚਮਤਕਾਰ ਨਹੀਂ ਹੈ ਜਦ ਤੱਕ ਇਨਸਾਨ ਦੀ ਜ਼ਿੰਦਗੀ ਨਾ ਬਦਲੇ। ਔਰ ਸਭ ਤੋਂ ਵੱਡਾ ਚਮਤਕਾਰ ਇਹੀ ਹੈ ਕਿ ਇੱਕ ਪਾਪੀ ਆਪਣੇ ਭੈੜੇ ਰਾਹਾਂ ਤੋਂ ਕੀ ਕਰੇ? ਮੁੜੇ। ਇੱਕ ਪਾਪੀ ਇਨਸਾਨ ਤੋਬਾ ਕਰੇ। ਔਰ 11 ਆਇਤ ਦੇ ਵਿੱਚ ਕੀ ਕੀਤਾ? ਜਿਸ ਚਮਤਕਾਰ ਦੇ ਕਰਕੇ ਇਹਨਾਂ ਦੀ ਜ਼ਿੰਦਗੀ ਬਦਲੀ, ਜਿਸ ਚਮਤਕਾਰ ਨੂੰ ਇਹ ਲੱਭ ਰਹੇ ਸੀ, ਜੋ ਥੋੜੀਆਂ ਜਿਹੀਆਂ ਮੱਛੀਆਂ ਚਾਹੁੰਦੇ ਹੋਣਗੇ 5-4 ਕਿਲੋ ਹੀ ਮਿਲ ਜਾਣ, ਇਹਨਾਂ ਦੇ ਜਾਲ ਭਰ ਗਏ। ਔਰ ਜਦੋਂ ਇਹਨਾਂ ਨੂੰ ਇਹ ਰਿਅਲਾਈਜ਼ ਹੋ ਗਿਆ, ਪ੍ਰਭੂ ਯਿਸੂ ਮਸੀਹ ਨੂੰ ਪਹਿਚਾਨ ਲਿਆ, ਤੇ ਕੀ ਲਿਖਿਆ? ਉਹ ਆਪਣੀਆਂ ਬੇੜੀਆਂ ਕੰਢੇ ਲਿਆਏ, ਸਭੋ ਕੁਝ ਛੱਡ ਕੇ ਤੇ ਯਿਸੂ ਦੇ ਮਗਰ ਹੋ ਤੁਰੇ। ਹਾਲੇਲੂਇਆ, ਹਾਲੇਲੂਇਆ। ਕਿੱਥੇ ਰਹਿ ਗਿਆ ਚਮਤਕਾਰ? ਬੇੜੀਆਂ ਕਿੱਥੇ ਰਹਿ ਗਈਆਂ? ਕੰਢੇ ਤੇ। ਮੱਛੀਆਂ ਕਿੱਥੇ ਰਹਿ ਗਈਆਂ? ਕੰਢੇ ਤੇ। ਸਾਰਾ ਕੁਝ ਛੱਡ ਕੇ ਤੇ ਕਿਹਦੇ ਪਿੱਛੇ ਹੋ ਤੁਰੇ? ਯਿਸੂ। ਹਾਲੇਲੂਇਆ, ਹਾਲੇਲੂਇਆ। ਚਮਤਕਾਰ ਦੇ ਪਿੱਛੇ ਨਹੀਂ ਦੌੜਨਾ, ਜਿਹੜਾ ਚਮਤਕਾਰ ਕਰਦਾ ਆ ਉਹਦੇ ਪਿੱਛੇ। ਆਮੀਨ। ਚਮਤਕਾਰ ਦੇ ਉੱਤੇ ਬਣੇ ਨਹੀਂ ਰਹੇ।
ਸਿਰਫ ਉਹਨਾਂ ਤੱਕ ਨਹੀਂ, ਠੀਕ ਹੈ ਜੀ ਚਮਤਕਾਰ ਹੋ ਗਿਆ, ਬਹੁਤ ਵਧੀਆ ਹੋ ਗਿਆ, ਯਿਸੂ ਤੂੰ ਆਪਣੇ ਰਾਹ ਤੇ। ਅਸੀਂ ਚਮਤਕਾਰ ਨੂੰ ਛੱਡ ਕੇ ਚਮਤਕਾਰ ਕਰਨ ਵਾਲੇ ਦੇ ਪਿੱਛੇ ਹੋ ਤੁਰੇ। ਹਾਲੇਲੂਇਆ। ਪਰ ਅੱਜ ਦੇ ਸਮੇਂ ਦੇ ਵਿੱਚ ਕੀ ਕਰ ਰਹੇ ਅਸੀਂ? ਚਮਤਕਾਰ ਕਰਨ ਵਾਲੇ ਨੂੰ ਛੱਡ ਕੇ ਚਮਤਕਾਰ ਦੇ ਪਿੱਛੇ ਹੋ ਰਹੇ। ਕੁਝ ਉਲਟਾ ਹੋ ਰਿਹਾ। ਚਮਤਕਾਰ ਗਲਤ ਨਹੀਂ ਹੈ, ਲੇਕਿਨ ਚਮਤਕਾਰ ਕਰਨ ਵਾਲੇ ਦੇ ਪਿੱਛੇ ਚੱਲਣਾ ਹੈ। ਚਮਤਕਾਰ ਜਦੋਂ ਹੁੰਦਾ ਹੈ ਤੇ ਕੀ ਹੁੰਦਾ ਹੈ? ਪ੍ਰਭੂ ਯੀਸ਼ੂ ਮਸੀਹ ਨੇ 38 ਸਾਲ ਦੇ ਬੰਦੇ ਨੂੰ ਜਦੋਂ ਚੰਗਿਆ ਕੀਤਾ ਤੇ ਉਸ ਨੂੰ ਕੀ ਕਿਹਾ? ਜਾ ਅੱਗੇ ਤੋਂ ਪਾਪ ਨਾ ਕਰੀ। ਹਾਲੇਲੂਇਆ, 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 ਹਾਲੇਲੂਇਆ। ਅੱਗੇ ਤੋਂ ਗੁਨਾਹ ਨਾ ਕਰੀ। ਤੋਬਾ ਕਰਾ ਰਹੇ ਆ ਪ੍ਰਭੂ, ਮਾਫੀ ਲਈ ਕਹਿ ਰਿਹਾ ਖੁਦਾ। ਔਰ ਇਸ ਜਗ੍ਹਾ ਤੇ ਦੇਖੋ, ਇਹਨਾਂ ਨੇ ਬੇੜੀਆਂ ਵੀ ਛੱਡ ਦਿੱਤੀਆਂ, ਇਹਨਾਂ ਨੇ ਮੱਛੀਆਂ ਵੀ ਛੱਡ ਦਿੱਤੀਆਂ, ਔਰ ਸਾਰਾ ਕੁਝ ਛੱਡ ਕੇ ਯੀਸ਼ੂ ਮਸੀਹ ਦੇ ਪਿੱਛੇ ਹੋ ਤੁਰੇ। ਹਾਲੇਲੂਇਆ। Let us follow Jesus Christ. Let us follow the God who does ਚਮਤਕਾਰ, ਜੋ ਚਮਤਕਾਰ ਕਰਦਾ ਹੈ। ਉਸ ਖੁਦਾ ਦੇ ਪਿੱਛੇ ਚੱਲੀਏ, not the miracle who does the miracle. Let us follow the Jesus ਜੋ ਚਮਤਕਾਰ ਕਰਦਾ ਹੈ, ਉਹਦੇ ਪਿੱਛੇ ਚੱਲੀਏ। ਚਮਤਕਾਰ ਇਹ ਮੱਛੀਆਂ ਦੇ ਉੱਤੇ ਟਿਕੇ ਨਹੀਂ ਰਹੇ, ਇਹ ਉਸ ਚਮਤਕਾਰ ਦੇ ਉੱਤੇ ਟਿਕੇ। ਇਹਨਾਂ ਨੇ ਮੱਛੀਆਂ ਨੂੰ ਉੱਥੇ ਛੱਡਿਆ, ਚਮਤਕਾਰ ਨੂੰ ਉੱਥੇ ਛੱਡਿਆ। ਕਹਿੰਦੇ ਹੁਣ ਇਸ ਚਮਤਕਾਰ ਦਾ ਕੰਮ ਖਤਮ ਹੈ, ਚਮਤਕਾਰ ਕਰਨ ਵਾਲੇ ਦਾ ਕੰਮ ਕੀ ਹੋ ਗਿਆ? ਸ਼ੁਰੂ। ਹਾਲੇਲੂਇਆ, ਹਾਲੇਲੂਇਆ। ਖੁਦਾ ਦੇ ਵਚਨ ਦੇ ਵਿੱਚੋਂ ਬਹੁਤ ਅਦਭੁਤ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ। ਅਸੀਂ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਆ, ਨਾ ਕਿ ਚਮਤਕਾਰ ਦੇ ਪਿੱਛੇ। ਚਮਤਕਾਰ ਹੋਣਗੇ, ਨੋ ਡਾਊਟ। ਖੁਦਾ ਦੀ ਸੇਵਕਾਈ ਦੇ ਵਿੱਚ, ਜਦੋਂ ਅਸੀਂ ਸੇਵਕਾਈ ਦੇ ਵਿੱਚ ਹਾਂ, ਅਸੀਂ ਖੁਦਾ ਦੇ ਕੰਮ ਦੇ ਵਿੱਚ ਹਾਂ, ਖੁਦਾ ਚਮਤਕਾਰ ਕਰਦਾ ਹੈ। ਬਟ ਲੈਟ ਅਸ ਨੋਟ ਡਿਪੈਂਡ ਅਪਨ ਦਾ ਮਿਰਾਕਲ। ਸਾਨੂੰ ਚਮਤਕਾਰ ਦੇ ਉੱਤੇ ਡਿਪੈਂਡ ਨਹੀਂ ਹੋਣਾ, ਡਿਪੈਂਡ ਹੋਣਾ ਹੈ ਤੇ ਯਿਸੂ ਤੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਡਿਪੈਂਡ ਹੋਣਾ ਹੈ ਤੇ ਉਹ ਜਿਹੜਾ ਚਮਤਕਾਰ ਕਰਦਾ ਆ। ਇਹਨਾਂ ਨੇ ਸਾਰਾ ਕੁਝ ਛੱਡ ਕੇ ਤੇ ਯਿਸੂ ਦੇ ਪਿੱਛੇ ਹੋ ਤੁਰੇ। ਔਰ ਪ੍ਰਭੂ ਦੇ ਪਿੱਛੇ ਜਦੋਂ ਹੋ ਤੁਰੇ ਆ ਤੇ ਫਿਰ ਸੱਚਮੁੱਚ ਪ੍ਰਭੂ ਨੇ ਇਹਨਾਂ ਨੂੰ ਮਨੁੱਖਾਂ ਦੇ ਮਛੁਆਰੇ ਬਣਾਇਆ, ਇਨਸਾਨ ਨੂੰ ਫੜਨ ਵਾਲੇ ਬਣਾਇਆ। ਔਰ ਸਾਰੀ ਦੁਨੀਆ ਦੇ ਵਿੱਚ ਪਰਮੇਸ਼ਰ ਦਾ ਵਚਨ ਅੱਜ ਫੈਲਿਆ ਹੋਇਆ ਇਹਨਾਂ ਦੇ ਕਰਕੇ, ਜਦੋਂ ਇਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ। ਅੱਜ ਤੁਹਾਡੀ ਤੇ ਮੇਰੀ ਡਿਊਟੀ ਹੈ ਕਿ ਅਸੀਂ ਯੀਸ਼ੂ ਮਸੀਹ ਦੇ ਪਿੱਛੇ ਚੱਲੀਏ ਔਰ ਯੀਸ਼ੂ ਮਸੀਹ ਨੂੰ ਫੋਲੋ ਕਰੀਏ, ਕਿਉਂਕਿ ਪਰਮੇਸ਼ਰ ਯੀਸ਼ੂ ਮਸੀਹ ਸਾਰਾ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਚਮਤਕਾਰ ਦੇ ਉੱਤੇ ਨਾ ਟਿਕੇ ਰਹੀਏ, ਚਮਤਕਾਰ ਕਰਨ ਵਾਲੇ ਦੇ ਪਿੱਛੇ ਚੱਲੀਏ ਔਰ ਪ੍ਰਭੂ ਦੇ ਉਸ ਵਚਨ ਨੂੰ ਪੂਰਾ ਕਰੀਏ ਜੋ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਅੱਖਾਂ ਨੂੰ ਬੰਦ ਕਰਾਂਗੇ, ਦੁਆ ਕਰਾਂਗੇ। ਪ੍ਰਭੂ ਜੀ ਤੁਹਾਡੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ ਇਹਨਾਂ ਵਚਨਾਂ ਦੇ ਲਈ ਜੋ ਪ੍ਰਭੂ ਜੀ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਸਿੱਖਿਆ ਹੈ। ਵੱਡੀ ਆਸ਼ੀਸ਼ ਲੈ ਕੇ ਆਉਣ ਖੁਦਾ। ਔਰ ਪਿਤਾ ਪਰਮੇਸ਼ਰ, ਬਹੁਤ ਸਾਰੇ ਲੋਕ ਇਸ ਵਚਨ ਨੂੰ ਸੁਣ ਕੇ ਇਹਦੀ ਜ਼ਿੰਦਗੀ, ਇਹਨਾਂ ਦਾ ਜੀਵਨ ਬਦਲੇ ਪਿਤਾ ਪਰਮੇਸ਼ਰ। ਔਰ ਪ੍ਰਭੂ ਆਪਣੇ ਪੈੜੇ ਰਾਹਾਂ ਤੋਂ ਮੁੜ ਕੇ, ਆਪਣੇ ਪਾਪਾਂ ਤੋਂ ਮੁੜ ਕੇ ਪ੍ਰਭੂ ਸੱਚਾਈ ਤੇ ਸੱਚ ਤੇ ਚੱਲਣ। ਔਰ ਪਿਤਾ ਪਰਮੇਸ਼ਰ ਤੁਸੀਂ ਤੁਹਾਡੇ ਸਵਰਗ ਦੇ ਰਾਜ ਦੇ ਲਈ ਤਿਆਰ ਹੋ ਜਾਣ। ਬਲੈਸ ਕਰੋ ਯਿਸੂ ਦੇ ਵਸੀਲੇ। ਆਮੀਨ। ਹਾਲੇਲੂਇਆ, ਹਾਲੇਲੂਇਆ।